ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਟੈਸਟ ਲੈ ਕੇ ਆਏ ਹਾਂ ਜੀ। ਅੱਜ ਤੁਹਾਡੇ ਲਈ ਅਸੀਂ ਨਹੀਂ, ਮਤਲਬ ਮੈਂ ਤੁਹਾਡੇ ਲਈ ਟੈਸਟ ਲੈ ਕੇ ਆਇਆ ਹਾਂ। ਉਮੀਦ ਆ ਤੁਹਾਨੂੰ ਪਸੰਦ ਹੋਵੇਗਾ। 50 ਕੁ ਨੰਬਰ ਦਾ ਟੈਸਟ ਹੈ ਜੀ। ਰੀਜ ਦੇ ਨਾਲ ਕੀ ਆ, ਸੁਣ ਲਿਓ ਅਤੇ ਦੇਖ ਲਿਓ ਅਤੇ ਆਪਣਾ ਜਿਹੜਾ ਲੈਵਲ ਥੋੜ੍ਹਾ ਚੈੱਕ ਕਰ ਸਕਦੇ ਹੋ ਤੁਸੀਂ। ਪ੍ਰਸ਼ਨ ਨੰਬਰ 1, ਪੰਜਾਬੀ ਵਿੱਚ ਸੁਰ ਦਾ ਪ੍ਰਭਾਵ ਪੈਂਦਾ ਹੈ ਵਧੇਰੇ ਵਿਅੰਜਨ 'ਤੇ, ਸਵਰ 'ਤੇ, ਅਰਧ ਸਵਰ 'ਤੇ ਜਾਂ ਕੋਈ ਵੀ ਨਹੀਂ। ਇਸ ਦਾ ਸਹੀ ਆਨਸਰ ਜਿਹੜਾ ਤੁਸੀਂ ਸੋਚ ਸਕਦੇ ਹੋ ਕਿ ਕੀ ਹੋਵੇਗਾ। ਦੇਖੋ, ਸੁਰ ਦਾ ਜਿਹੜਾ ਸੰਬੰਧ ਹੈਗਾ ਵਾ ਉਹ ਸਵਰ ਦੇ ਨਾਲ ਹੈਗਾ ਵਾ। ਜਿਹੜੇ ਸਵਰ ਹੈਗੇ ਨੇ ਸਾਰੇ, ਠੀਕ ਹੈ ਜੀ, 3 ਸਵਰ ਵਾਹਕ ਅਤੇ ਸਵਰ ਧੁਨੀਆਂ 10। ਤਾਂ ਸੁਰ ਦਾ ਜਿਹੜਾ ਸੰਬੰਧ ਵਾ ਸਵਰ ਦੇ ਨਾਲ ਵਾ। ਅੱਗੇ ਜੀ ਪ੍ਰਸ਼ਨ ਨੰਬਰ 2, ਅੱਖਰ ਲਿਖਣ ਪ੍ਰਣਾਲੀ ਹੈ। 1 ਲਿਪਾਂਕ, 2 ਗੁਰਮੁਖੀ ਲਿਪੀ, 3 ਅਰਥੋਗ੍ਰਾਫੀ ਅਤੇ ਡੀ ਸੱਸਾ ਭਾਸ਼ਾ। ਲਿਖਣ ਪ੍ਰਣਾਲੀ ਜਿਹੜਾ ਸ਼ਬਦ ਵਾ ਕਿਸ ਦੇ ਲਈ ਵਰਤਿਆ ਗਿਆ ਵਾ। ਉਮੀਦ ਆ ਤੁਹਾਨੂੰ ਇਹਦਾ ਆਨਸਰ ਜਿਹੜਾ ਵਾ ਜ਼ਰੂਰ ਪਤਾ ਹੋਵੇਗਾ। ਇਹਦਾ ਆਨਸਰ ਹੈਗਾ ਜੀ 3 ਅਰਥੋਗ੍ਰਾਫੀ। ਲਿਖਣ ਪ੍ਰਣਾਲੀ ਨੂੰ ਅਰਥੋਗ੍ਰਾਫੀ ਜਿਹੜਾ ਵਾ ਕਹਿ ਦਿੱਤਾ ਜਾਂਦਾ ਗਾ। ਅੱਖਰ ਕਿਸੇ ਨੂੰ ਵੀ ਹੈ ਨਾ, ਜ਼ਰੂਰੀ ਨਹੀਂ ਗੁਰਮੁਖੀ ਲਿਪੀ ਦਾ, ਕਿਸੇ ਵੀ ਭਾਸ਼ਾ ਦੇ ਅੱਖਰ ਲਿਖਣ ਦੀ ਜਿਹੜੀ ਪ੍ਰਣਾਲੀ ਹੈਗੀ ਉਹਨੂੰ ਅਰਥੋਗ੍ਰਾਫੀ ਜਿਹੜਾ ਵਾ ਕਹਿ ਦਿੱਤਾ ਜਾਂਦਾ ਵਾ। ਪ੍ਰਸ਼ਨ ਨੰਬਰ 3, ਸਾਹਿਤਕ ਮੋਟਿਵ ਕੀ ਹੁੰਦੇ ਹਨ ਜਾਂ ਸਾਹਿਤਕ ਮੋਟਿਵ ਹੁੰਦੇ ਹਨ। ਪ੍ਰਸ਼ਨ ਨੰਬਰ ਉੱਤਰ 1, ਸਾਹਿਤਕ ਪਰਖ, ਸਾਹਿਤਕ ਤੱਥ, ਸਾਹਿਤਕ ਰਿਵਾਜ ਜਾਂ ਇਤਿਹਾਸ। ਮੋਟਿਵ ਬਾਰੇ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ। ਮੇਰੀ ਵੀਡੀਓ 'ਚ ਗੱਲ ਹੋਈ ਆ ਵੀ ਮੋਟਿਵ ਜਿਹੜੇ ਕੀ ਹੁੰਦੇ ਨੇ, ਜਿਹੜੇ ਵਰਤੇ ਜਾਂਦੇ ਹੈਗੇ ਨੇ। ਸੋ ਮੋਟਿਵ ਇੱਕ ਤਰ੍ਹਾਂ ਦੇ ਸਾਹਿਤਕ ਤੱਥ ਹੁੰਦੇ ਨੇ, ਠੀਕ ਹੈ ਜੀ। 3 ਦਾ ਜਿਹੜਾ ਉੱਤਰ ਹੈਗਾ ਵਾ ਬੀ ਹੈਗਾ ਵਾ। ਹਾਂਜੀ, ਅੱਗੇ ਜੀ ਸਾਚੀ ਸਾਖੀ। ਸਾਚੀ ਸਾਖੀ ਦਾ ਸੰਬੰਧ ਹੈ ਵਾਰਤਕ ਰਚਨਾ ਦੇ ਨਾਲ, ਜੀਵਨੀ ਦੇ ਨਾਲ, ਕਾਵਿ ਰਚਨਾ ਦੇ ਨਾਲ ਜਾਂ ਨਾਵਲ ਦੇ ਨਾਲ। ਸਾਚੀ ਸਾਖੀ ਸਿੱਖਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ, ਠੀਕ ਹੈ ਜੀ। 1972 ਦੇ ਵਿੱਚ ਇਹ ਪ੍ਰਕਾਸ਼ਿਤ ਹੋਈ ਸੀ ਪਹਿਲੀ ਵਾਰੀ। ਪੰਜਾਬੀ ਸਾਹਿਤ ਦੇ ਵਿੱਚ ਇਹਦਾ ਕਾਫੀ ਚਰਚਾ ਦਾ ਵਿਸ਼ਾ ਜਾਂ ਕਹਿ ਸਕਦੇ ਹੈਗੇ ਆ। ਤਾਂ ਇਹ ਜਿਹੜੀ ਰਚਨਾ ਸੀਗੀ ਇਹ ਵਾਰਤਕ ਦੇ ਵਿੱਚ ਸੀਗੀ ਵੀ। ਪ੍ਰਸ਼ਨ ਨੰਬਰ 5, ਰਿਪੋਰਤਾਜ ਹੈ। ਰਿਪੋਰਤਾਜ ਕਿਸ ਨੂੰ ਕਿਹਾ ਜਾਂਦਾ ਹੈ। ਡਾਇਰੀ ਨੂੰ, ਕਿਸੇ ਘਟਨਾ ਦੇ ਤੱਥ ਨੂੰ ਜਾਂ ਘਟਨਾ ਬਾਰੇ ਅਖਬਾਰ ਨੂੰ ਭੇਜੇ ਵੇਰਵੇ ਜਾਂ ਕੋਈ ਨਹੀਂ। ਰਿਪੋਰਤਾਜ ਜਿਹੜਾ ਸ਼ਬਦ ਹੈਗਾ ਵਾ ਉਹਦਾ ਆਨਸਰ ਜਿਹੜਾ ਸਹੀ ਹੈਗਾ ਵਾ 3, ਕਿਸੇ ਘਟਨਾ ਬਾਰੇ ਅਖਬਾਰ ਨੂੰ ਭੇਜੇ ਗਏ ਵੇਰਵੇ, ਜਿਨ੍ਹਾਂ ਨੂੰ ਰਿਪੋਰਤਾਜ ਜਿਹੜਾ ਵਾ ਕਹਿ ਦਿੱਤਾ ਜਾਂਦਾ ਵਾ। ਪ੍ਰਸ਼ਨ ਨੰਬਰ 6, ਸੱਦ ਬਾਣੀ ਹੈ। ਸੱਦ ਬਾਣੀ ਹੈ ਸੋਠਾ ਰਾਗ ਵਿੱਚ, ਰਾਮਕਲੀ ਰਾਗ ਵਿੱਚ ਜਾਂ ਤਿਲੰਗ ਰਾਗ ਵਿੱਚ ਜਾਂ ਮਾਰੂ ਰਾਗ ਵਿੱਚ। ਤਕਰੀਬਨ ਇਹ ਸਾਰਿਆਂ ਦਾ ਸਹੀ ਹੋਵੇਗਾ। ਸੱਦ ਬਾਣੀ ਜਿਹੜੀ ਆ ਰਾਮਕਲੀ ਰਾਗ ਦੇ ਵਿੱਚ ਹੈਗੀ ਆ, ਠੀਕ ਹੈ ਜੀ। ਗੁਰੂ ਅਮਰਦਾਸ ਜੀ ਦੇ ਸਵਰਗਵਾਸ 'ਤੇ ਜਿਹੜੀ ਇਹ ਬਾਣੀ ਆ ਬਾਬਾ ਮੋਹਰੀ ਜੀ ਦੁਆਰਾ ਜਿਹੜੀ ਆ ਰਚੀ ਗਈ ਸੀਗੀ। ਬਾਬਾ ਮੋਹਰੀ ਜੀ ਦੁਆਰਾ ਨਹੀਂ ਜੀ, ਬਾਬਾ ਸੁੰਦਰ ਦੁਆਰਾ ਰਚੀ ਗਈ ਸੀਗੀ, ਠੀਕ ਆ ਜੀ। ਕਈ ਵਾਰੀ ਮੂੰਹ ਸ਼ਬਦ ਗਲਤ ਨਿਕਲ ਜਾਂਦੇ ਆ। ਕੱਲ੍ਹ ਵੀ ਮੈਂ ਪ੍ਰਸ਼ਨ ਇੱਕ ਦੱਸਿਆ ਸੀਗਾ, ਮਾਂ ਦੇ ਗੋਰਕੀ ਦਾ ਜਿਹੜਾ ਅਨੁਵਾਦ ਵਾ ਗੁਰਬਖਸ਼ ਸਿੰਘ ਫਰੈਂਕ ਨੇ ਨਹੀਂ, ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਨੇ ਕੀਤਾ, ਠੀਕ ਹੈ। ਰੀਆ ਮੈਡਮ ਨੇ ਮੈਨੂੰ ਉਹਨਾਂ ਨੇ ਯਾਦ ਕਰਵਾਇਆ ਸੀਗਾ, ਠੀਕ ਹੈ ਜੀ, ਅਤੇ ਉਹਦੇ ਲਈ ਮੈਂ ਮਾफ़ੀ ਚਾਹੁੰਦਾ ਮੈਂ। ਪ੍ਰਸ਼ਨ ਨੰਬਰ 7 ਜੀ, ਲੋਕ ਸਾਹਿਤ ਰੂਪ ਨਿਰਭਰ ਕਰਦਾ ਹੈ ਪੀੜ੍ਹੀ ਦਰ ਪੀੜ੍ਹੀ, ਲੋਕ ਵਿਸ਼ਵਾਸ 'ਤੇ, ਲੋਕ ਰੂੜੀ 'ਤੇ ਜਾਂ ਧਰਮ 'ਤੇ। ਇਸ ਦਾ ਸਹੀ ਆਨਸਰ ਕੀ ਹੋਵੇਗਾ। ਲੋਕ ਰੂੜੀ। ਜਿੱਦਾਂ ਦੀਆਂ ਲੋਕ ਰੂੜੀਆਂ ਹੋਣਗੀਆਂ, ਠੀਕ ਹੈ ਜੀ, ਮਤਲਬ ਕੀ ਆ ਉੱਦਾਂ ਦਾ ਜਿਹੜਾ ਲੋਕ ਸਾਹਿਤ ਹੋਵੇਗਾ। ਲੋਕ ਸਾਹਿਤ ਦਾ ਮਤਲਬ ਕਹਿ ਸਕਦੇ ਹਾਂ, ਲੋਕ ਸਾਹਿਤ ਦਾ ਮੁੱਖ ਰੂਪ ਹੈਗਾ ਗੀਤ, ਠੀਕ ਹੈ ਜੀ। ਗੀਤਾਂ ਦੇ ਵਿੱਚ ਲੋਕ ਸਾਹਿਤ ਜ਼ਿਆਦਾ ਹਨ। ਤਾਂ ਜਿੱਦਾਂ ਦੀਆਂ ਸਾਹਿਤਕ ਰੂੜੀਆਂ ਹੋਣਗੀਆਂ, ਭਾਵ ਜਿਹੜੀਆਂ ਰੂੜੀਆਂ ਮਤਲਬ ਜਾਣੀ ਕਹਿ ਦਈਏ ਰੂੜ ਸ਼ਬਦ ਜਾਂ ਮੋਟਿਵ ਸ਼ਬਦ ਹੋਣਗੇ, ਤਾਂ ਉਹ ਮਤਲਬ ਕੀ ਆ ਨਿਰਭਰ ਕਰਦਾ ਵਾ ਸਾਡਾ ਲੋਕ ਸਾਹਿਤ ਰੂੜੀ ਦੇ ਉੱਪਰ। ਇਸ ਨੂੰ ਤੁਸੀਂ ਕੀ ਆ ਲਿਖ ਸਕਦੇ ਹੋ, ਜਿਹੜੇ ਇੰਪੋਰਟੈਂਟ ਕੁਐਸਚਨ ਨੇ। ਪ੍ਰਸ਼ਨ ਨੰਬਰ 8, ਪੰਜਾਬੀ ਲੋਕ ਕਹਾਣੀਆਂ ਦਾ ਸਮਾਂ ਤ੍ਰੇਤਾ ਯੁੱਗ, ਸਤਯੁੱਗ, ਦੁਆਪਰ ਯੁੱਗ ਜਾਂ ਕੋਈ ਨਹੀਂ। 4 ਯੁੱਗ ਹੋਏ ਨੇ, ਠੀਕ ਆ ਜੀ। ਸਤਯੁੱਗ ਹੋ ਗਿਆ, ਦੁਆਪਰ, ਤ੍ਰੇਤਾ, ਦੁਆਪਰ ਅਤੇ ਕਲਯੁੱਗ, ਠੀਕ ਆ ਜੀ। ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈਗਾ ਪੰਜਾਬੀ ਲੋਕ ਕਹਾਣੀ ਦਾ ਜਿਹੜਾ ਸਮਾਂ ਵਾ ਉਹ ਦੁਆਪਰ ਯੁੱਗ ਦੇ ਨਾਲ ਜਿਹੜਾ ਵਾ ਜ਼ਿਆਦਾ ਸੰਬੰਧ ਰੱਖਦਾ ਹੈਗਾ ਵਾ। ਦੁਆਪਰ ਯੁੱਗ ਦੇ ਵਿੱਚ ਲੋਕ ਕਹਾਣੀ ਜਿਹੜੀਆਂ ਨੇ ਉਹ ਜ਼ਿਆਦਾ ਲਿਖੀਆਂ ਗਈਆਂ, ਜਾਂ ਦੁਆਪਰ ਯੁੱਗ ਦੇ ਜ਼ਿਆਦਾ ਜਿਹੜੀਆਂ ਕਹਾਣੀਆਂ ਦਾ ਸਮਾਂ ਵਾ ਜ਼ਿਆਦਾ ਵਾ। ਅੱਗੇ ਜੀ ਪ੍ਰਸ਼ਨ ਨੰਬਰ 9, ਪੰਜਾਬੀ ਲੋਕ ਸਾਹਿਤ ਵਿੱਚ ਸਭ ਤੋਂ ਜ਼ਿਆਦਾ ਕਥਾਨਕ ਰੂੜੀਆਂ ਆਈਆਂ। ਜਿਹੜੀਆਂ ਕਥਾਨਕ ਰੂੜੀਆਂ ਨੇ ਸਭ ਤੋਂ ਜ਼ਿਆਦਾ ਕਿਸ ਸਾਹਿਤ, ਦੇਖੋ ਪੰਜਾਬੀ ਸਾਹਿਤ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ, ਠੀਕ ਹੈ, ਅਲੱਗ ਅਲੱਗ ਧਰਮਾਂ ਦਾ।
ਈਸਾਈ ਧਰਮ ਵਿੱਚੋਂ, ਬੁੱਧ ਧਰਮ ਵਿੱਚੋਂ, ਹਿੰਦੂ ਧਰਮ ਵਿੱਚੋਂ ਜਾਂ ਮੁਸਲਮਾਨ ਧਰਮ ਗ੍ਰੰਥਾਂ ਦੇ ਵਿੱਚੋਂ। ਪੰਜਾਬੀ ਲੋਕ ਸਾਹਿਤ ਵਿੱਚ ਸਭ ਤੋਂ ਜ਼ਿਆਦਾ ਕਥਾਨਕ ਰੂੜੀਆਂ ਜਿਹੜੀਆਂ ਆਈਆਂ ਉਹ ਆਈਆਂ ਜੀ ਈਸਾਈ ਧਰਮ ਦੇ ਵਿੱਚੋਂ। ਮਿੱਥਕ ਇੰਦਰ ਦੇਵਤੇ ਦੀ ਰਾਜਧਾਨੀ ਦਾ ਨਾਂ ਹੈ ਦੇਵਪੁਰੀ, ਅਮਰਾਵਤੀ, ਕੈਲਾਸ਼ ਪਰਬਤ ਜਾਂ ਸਵਰਗਲੋਕ। ਮਿੱਥਕ ਇੰਦਰ ਦੇਵਤੇ ਦੀ ਰਾਜਧਾਨੀ ਦਾ ਨਾਮ ਜਿਹੜਾ ਹੈਗਾ ਜੀ ਉਹ ਹੈਗਾ ਵਾ ਅਮਰਾਵਤੀ। ਠੀਕ ਹੈ ਜੀ। ਅਗਲਾ ਪ੍ਰਸ਼ਨ ਜੀ, ਮਾਹੀਆ ਜਿਹੜਾ ਹੈਗਾ ਲੋਕ ਕਾਵਿ ਜ਼ਿਆਦਾ ਵਿਸ਼ਾ ਹੈ, ਮਾਹੀਏ ਦਾ ਜ਼ਿਆਦਾਤਰ ਵਿਸ਼ਾ ਹੈ ਕਾਰਜ ਗੀਤ, ਸੂਰਮਗਤੀ ਗੀਤ, ਵਿਛੋੜੇ ਵਾਲਾ ਜਾਂ ਮਿਲਾਪ ਵਾਲਾ। ਹਾਂਜੀ, ਇਸ ਦਾ ਉੱਤਰ ਜਿਹੜਾ ਸਹੀ ਹੈਗਾ ਵਾ ਉਹ ਹੈਗਾ ਜੀ ਮਾਹੀਏ ਦਾ ਜ਼ਿਆਦਾਤਰ ਜਿਹੜਾ ਵਿਸ਼ਾ ਹੁੰਦਾ ਵਾ ਉਹ ਵਿਛੋੜੇ ਵਾਲਾ ਹੁੰਦਾ। ਠੀਕ ਆ ਜੀ। ਮੇਰਾ ਕੱਟ ਦੇ ਫਰੰਗੀਆਂ ਨਾਵਾਂ, ਇੱਕੋ ਪੁੱਤ ਮੇਰੀ ਸੱਸ ਦਾ। ਠੀਕ ਹੈ। ਕੋਠੇ ਉੱਤੇ ਕਿੱਲ ਮਾਹੀਆ, ਲੋਕਾਂ ਦੀਆਂ ਰੋਣ ਅੱਖੀਆਂ, ਸਾਡਾ ਰੋਂਦਾ ਏ ਦਿਲ ਮਾਹੀਆ। ਅੱਗੇ ਜੀ ਪ੍ਰਸ਼ਨ ਨੰਬਰ 12, ਤਕੀਏ ਦਾ ਪੀਰ ਦੀ ਵਿਧਾ ਹੈ ਨਾਵਲ, ਰੇਖਾ ਚਿੱਤਰ, ਨਾਟਕ ਜਾਂ ਜੀਵਨੀ। ਇਹ ਕਿਰਤ ਸੰਬੰਧ ਰੱਖਦੀ ਆ ਅਜੀਤ ਕੌਰ ਦੇ ਨਾਲ, ਤਾਂ ਤਕੀਏ ਦਾ ਪੀਰ ਜਿਹੜਾ ਵਾ ਇਹ ਰੇਖਾ ਚਿੱਤਰ ਵਾ। ਅੱਗੇ ਜੀ ਪ੍ਰਸ਼ਨ ਨੰਬਰ 13, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਨਾ ਵਿਚਾਰੇ। ਇਹ ਤੁਕ ਕਿਸ ਗੁਰੂ ਦੀ ਹੈਗੀ ਹੈ ਜੀ ਜਾਂ ਕਿਸ ਭਗਤ ਦੀ ਹੈਗੀ ਹੈ? ਵੇਦ ਕਤੇਬ ਕਹੋ ਮਤ ਝੂਠੇ। ਵੇਦ ਕਤੇਬਾਂ ਨੂੰ ਝੂਠੇ ਨਹੀਂ ਕਹਿਣਾ ਚਾਹੀਦਾ ਗਾ। ਝੂਠਿਆ ਜਿਹੜਾ ਮਤਲਬ ਕਿ ਵਿਚਾਰ ਨਹੀਂ ਕਰਦਾ, ਉਸ 'ਤੇ ਅਮਲ ਨਹੀਂ ਕਰਦਾ। ਭਗਤ ਪੀਪਾ, ਭਗਤ ਸੈਣ, ਭਗਤ ਰਵੀਦਾਸ, ਭਗਤ ਕਬੀਰ ਜੀ। ਇਸ ਪ੍ਰਸ਼ਨ ਦਾ ਸਹੀ ਉੱਤਰ ਜਿਹੜਾ ਹੈਗਾ ਵਾ ਭਗਤ ਕਬੀਰ ਜੀ। ਅੱਗੇ ਪ੍ਰਸ਼ਨ ਨੰਬਰ 14 ਜੀ, ਬੌਧਿਕ ਰਹੱਸਵਾਦ ਕਵੀ ਹੈ ਧਨੀ ਰਾਮ ਚਾਤ੍ਰਿਕ, ਬਾਬਾ ਬਲਵੰਤ, ਪ੍ਰੀਤਮ ਸਿੰਘ ਸਫੀਰ, ਭਾਈ ਵੀਰ ਸਿੰਘ। ਉਮੀਦ ਆ ਤੁਹਾਡਾ ਆਨਸਰ ਜਿਹੜਾ ਸਹੀ ਜਾਵੇਗਾ ਇਹ ਪ੍ਰੀਤਮ ਸਿੰਘ ਸਫੀਰ, ਜਿਨ੍ਹਾਂ ਨੂੰ ਬੌਧਿਕ ਰਹੱਸਵਾਦ ਦੇ ਨਾਮ ਨਾਲ ਕੀ ਆ ਜਾਣਿਆ ਜਾਂਦਾ ਵਾ। ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਮਤਲਬ ਕਿ ਤ੍ਰਿਵੇਣੀ ਹੈਗੀ ਆ, ਪਿਆਰ ਦੀ, ਰਹੱਸਵਾਦ ਦੀ ਅਤੇ ਪ੍ਰਗਤੀਵਾਦ ਦੀ, ਹੈ ਨਾ ਜੀ। ਪ੍ਰਸ਼ਨ ਨੰਬਰ 15, ਨਾਵਲ ਦਾ ਜਨਮ ਲੋਕਤੰਤਰ ਨਿਜ਼ਾਮ ਵਿੱਚ, ਜਗੀਰਦਾਰ ਨਿਜ਼ਾਮ ਵਿੱਚ, ਪੂੰਜੀਵਾਦੀ ਨਿਜ਼ਾਮ ਵਿੱਚ ਜਾਂ ਪੱਛਮੀ ਸਾਹਿਤ ਕਰਕੇ। ਇੱਥੇ ਪ੍ਰਸ਼ਨ ਤੁਸੀਂ ਕਨਫਿਊਜ਼ ਹੋ ਜਾਣਾ ਥੋੜ੍ਹਾ ਜਿਹਾ, ਦੇਖ ਲਿਓ, ਧਿਆਨ ਦੇ ਨਾਲ ਪੜ੍ਹ ਲਿਓ। ਵੈਸੇ ਇਹਦੇ ਆਨਸਰ 2 ਮਿਲ ਸਕਦੇ ਆ ਤੁਹਾਨੂੰ। ਪੰਜਾਬੀ ਨਾਵਲ ਜਿਹੜਾ ਜਨਮ ਆ ਉਹ ਕਿਸ ਨਿਜ਼ਾਮ ਵਿੱਚ ਹੋਇਆ? ਪੂੰਜੀਵਾਦੀ ਨਿਜ਼ਾਮ ਦੇ ਵਿੱਚ। ਠੀਕ ਹੈ ਜੀ। ਪ੍ਰਭਾਵ ਜਿਹੜਾ ਵਾ ਪੱਛਮੀ ਸਾਹਿਤ ਕਰਕੇ। ਪੱਛਮੀ ਸਾਹਿਤ ਨਿੱਕੀ ਕਹਾਣੀ 'ਤੇ ਮਤਲਬ ਕੀ ਆ ਨਾਵਲ ਜਿਹੜਾ ਹੈਗਾ ਪੱਛਮੀ ਸਾਹਿਤ ਦੀ ਦੇਣ ਹੈਗੇ ਆ, ਪਰ ਜਨਮ ਜਿਹੜਾ ਵਾ ਪੂੰਜੀਵਾਦ ਨਿਜ਼ਾਮ ਦੇ ਵਿੱਚ ਆਇਆ 1900 ਮਤਲਬ ਕਿ 1800 ਮਤਲਬ ਕੀ ਆ 59 ਜੋ 1860 ਤੋਂ ਮਗਰੋਂ ਜਦੋਂ ਮਤਲਬ ਕਿ ਅੰਗਰੇਜ਼ੀ ਰਾਜ ਸਥਾਪਨਾ ਹੋ ਗਿਆ ਤਾਂ ਪੂੰਜੀ ਜਗੀਰਦਾਰੀ ਨਿਜ਼ਾਮ ਖਤਮ ਹੋ ਗਿਆ ਅਤੇ ਪੂੰਜੀਵਾਦ ਨਿਜ਼ਾਮ ਜਿਹੜਾ ਵਾ ਸ਼ੁਰੂ ਹੋ ਗਿਆ। ਠੀਕ ਹੈ। ਅਸਲ 'ਚ ਨਿੱਕੀ ਕਹਾਣੀ ਦਾ ਜਨਮ ਅਤੇ ਨਾਵਲ ਦਾ ਜਨਮ ਜਿਹੜਾ ਇਹ ਚੀਜ਼ ਜਿਹੜੀ ਇਹਦੇ ਪਿੱਛੇ ਕਰਦੀ ਹੈਗੀ ਪੱਛਮੀ ਸਾਹਿਤ ਦੀ ਦੇਣ ਹੈਗੀ ਹੈ। ਕਾਵਿ ਰੂਪ ਜਿਹੜਾ ਪੱਛਮੀ ਸਾਹਿਤ ਤੋਂ ਸਾਡੇ ਵਿੱਚ ਪੰਜਾਬੀ ਵਿੱਚ ਜਿਹੜਾ ਵਾ ਆਇਆ ਹੋਇਆ, ਮਤਲਬ ਜਿਵੇਂ ਕਿ ਸਾਹਿਤਕ ਰੂਪ ਜਿਹੜਾ ਆਇਆ ਹੋਇਆ ਵਾ। ਥੋੜ੍ਹਾ ਜਿਹਾ ਸਮਝ ਲਓ ਇਸ ਪ੍ਰਸ਼ਨ ਨੂੰ। ਠੀਕ ਹੈ ਜੀ। ਅੱਗੇ ਜੀ ਪ੍ਰਸ਼ਨ ਨੰਬਰ 16, ਰੁਦਕੀ ਦੀ ਰਚਨਾ ਹੈ ਫਾਰਸੀ ਕਵੀ ਆ ਰੁਦਕੀ। ਸਭ ਤੋਂ ਪਹਿਲੀ ਮੈਂ ਪੂਰੀ ਨਹੀਂ ਬੋਲਾਂਗਾ, ਪਹਿਲਾਂ ਤੁਸੀਂ ਆਨਸਰ ਦੇਖ ਲਓ। ਰਚਨਾ ਕਿਹੜੀ ਹੈ ਜੀ? ਹਿਤ ਉਪਦੇਸ਼, ਕਲੀਲਾ ਉਦਮਨਾ, ਪੰਚਦੇਸ਼, ਗਲੀਲ ਉਮਰਨ। ਮਤਲਬ ਰੁਦਕੀ ਹੋਇਆ। ਠੀਕ ਆ ਜੀ। ਪਹਿਲੀ ਮਸਨਵੀ ਮੰਨੀ ਜਾਂਦੀ ਹੈਗੀ ਇਹਨਾਂ ਦੀ ਫਾਰਸੀ ਦੇ ਵਿੱਚ। ਇਹਨਾਂ ਦੀ ਰਚਨਾ ਦਾ ਨਾਮ ਹੈਗਾ ਵਾ ਕਲੀਲਾ ਉਹ ਦਮਨ। ਪ੍ਰਸ਼ਨ ਨੰਬਰ 17, ਸਭ ਤੋਂ ਛੋਟੀ ਵਾਰ ਸ਼੍ਰੀ ਰਾਗ ਦੀ ਵਾਰ, ਜੈਤਸਰੀ ਦੀ ਵਾਰ, ਧਨਾਰਸੀ ਦੀ ਰਾਗ ਜਾਂ ਬਸੰਤ ਦੀ ਵਾਰ। ਠੀਕ ਹੈ ਜੀ। ਇਹ ਤੁਹਾਡਾ ਪ੍ਰਸ਼ਨ ਸਾਰਿਆਂ ਦਾ ਸਹੀ ਹੋਣਾ ਕਿਉਂਕਿ ਇਹਦੇ 'ਚ ਆਪਸ਼ਨਾਂ ਪਾਉਣ ਲੱਗੇ ਮੈਂ ਥੋੜ੍ਹੀ ਜਿਹੀ ਜ਼ਿਆਦਾ ਧਿਆਨ ਨਹੀਂ ਦਿੱਤਾ ਹੈਗਾ। ਸਭ ਤੋਂ ਛੋਟੀ ਵਾਰ ਜਿਹੜੀ ਹੈਗੀ ਹੈ ਜੀ ਬਸੰਤ ਦੀ ਵਾਰ ਹੈਗੀ ਹੈ। ਅੱਗੇ ਜੀ ਸਾਈਕਲ ਅਤੇ ਮੋਟਰ, ਹਸਪਤਾਲ ਨਹੀਂ ਹੈਗਾ ਜੀ, ਇਹਨੂੰ ਭੁੱਲ ਜਾਓ। ਠੀਕ ਹੈ। ਤੁਸੀਂ ਸਾਈਕਲ, ਮੋਟਰ, ਇਹਦੀ ਥਾਂ 'ਤੇ ਸਟੇਸ਼ਨ ਕਰ ਲਓ। ਠੀਕ ਹੈ। ਸ਼ਬਦ ਹਨ ਤਦਭਵ, ਤਤਸਮ ਜਾਂ ਟਕਸਾਲੀ ਜਾਂ ਸਾਹਿਤਕ। ਇਹਦਾ ਸਹੀ ਆਨਸਰ ਜਿਹੜਾ ਤੁਸੀਂ ਚੁਣ ਸਕਦੇ ਹੋ ਜੀ, ਇਹਦਾ ਸਹੀ ਆਨਸਰ ਹੈਗਾ ਵਾ ਤਤਸਮ। ਜਦੋਂ ਕਿਸੇ ਭਾਸ਼ਾ ਦੇ ਸ਼ਬਦ ਜਿਹੜੇ ਸੇਮ ਟੂ ਸੇਮ ਕੀ ਆ ਉਵੇਂ ਹੀ ਵਰਤ ਲਏ ਜਾਣ, ਜਿਵੇਂ ਸਾਈਕਲ ਹੋ ਗਿਆ, ਮੋਟਰਸਾਈਕਲ ਹੋ ਗਿਆ, ਹੌਸਪੀਟਲ ਕਹਿ ਸਕਦੇ ਹਾਂ ਆਪਾਂ। ਠੀਕ ਹੈ। ਜਾਂ ਸਟੇਸ਼ਨ ਹੋ ਗਿਆ,
ਇਹਨਾਂ ਨੂੰ ਆਪਾਂ ਕੀ ਆ ਉਵੇਂ ਹੀ ਪੰਜਾਬੀ ਰੂਪ ਵਿੱਚ ਪ੍ਰਚਲਿਤ ਕਰਤਾ। ਇਹਨਾਂ ਨੂੰ ਅਸੀਂ ਤਤਸਮ ਕਹਿ ਦਾਂਗੇ, ਤਦ ਭਾਵ ਜਿਨ੍ਹਾਂ ਦਾ ਰੂਪ ਬਦਲ ਜਾਂਦਾ ਹਨ। ਤਾਂ ਮਤਲਬ ਜਿਹੜੇ ਆਪਣੇ ਪੰਜਾਬੀ ਰੂਪ ਦੇ ਵਿੱਚ ਜਿਹੜੇ ਜੇ ਵੱਟ ਕੇ ਆਏ, ਜਿਵੇਂ ਲੈਟਰ ਆ ਤਾਂ ਠੀਕ ਆ, ਆਪਾਂ ਚਿੱਠੀ ਕਹਿ ਤਾ ਉਹਨੂੰ, ਠੀਕ ਆ, ਮਤਲਬ ਤਾਂ ਉਹ ਤਦ ਭਾਵ ਹੈਗਾ। ਪੰਜਾਬੀ ਦੀ ਇਹ ਖਾਸੀਅਤ ਹੈ, ਇਹ ਤਦ ਭਾਵ ਅਤੇ ਤਤਸਮ ਦੋਹਾਂ ਰੂਪਾਂ ਦੇ ਵਿੱਚ ਜਿਹੜੇ ਮਤਲਬ ਕੀ ਹੈ ਆਪਣੇ ਸ਼ਬਦਾਂ ਦੇ ਵਿੱਚ ਸਮਾ ਲੈਂਦੀ ਹੈਗੀ ਆਪਣੇ ਵਿੱਚ। ਹਾਂਜੀ, ਪ੍ਰਸ਼ਨ ਨੰਬਰ 19, ਅਖੰਡੀ ਧੁਨੀਆਂ ਦੀ ਆਪਣੀ ਕੋਈ ਡੈਸ਼ ਨਹੀਂ। ਊੜਾ ਹੋਂਦ ਹੁੰਦੀ ਹੈ, ਹੋਂਦ ਨਹੀਂ ਹੁੰਦੀ, ਖੰਡੀ ਧੁਨੀਆਂ ਨਾਲ ਮਿਲ ਕੇ, ਜਾਂ ਆੜਾ ਅਤੇ ਈੜੀ ਦੋਵੇਂ। ਦੇਖੋ, ਅਖੰਡੀ ਧੁਨੀਆਂ ਸੁਰ, ਬਲ, ਨਾਸਿਕਤਾ, ਪਿੱਚ, ਇਹਨਾਂ ਦੀ ਆਪਣੀ ਕੋਈ ਹੋਂਦ ਨਹੀਂ ਹੁੰਦੀ। ਅਤੇ ਇਹਦਾ ਸਹੀ ਆਨਸਰ ਕੀ ਹੋਊਗਾ? ਠੀਕ ਹੈ ਜੀ, ਆੜਾ ਅਤੇ ਈੜੀ ਦੋਵੇਂ। ਖੰਡੀ ਧੁਨੀਆਂ ਨਾਲ ਮਿਲ ਕੇ ਹੀ ਜਿਹੜੀ ਇਹਨਾਂ ਦੀ ਹੋਂਦ ਜਿਹੜੀ ਆ ਸਥਾਪਿਤ ਹੁੰਦੀ ਹੈਗੀ ਹੈ। ਠੀਕ ਹੈ ਜੀ, ਬਲ ਹੋ ਗਿਆ, ਪਿੱਚ ਹੋ ਗਿਆ, ਠੀਕ ਹੈ ਜੀ, ਨਾਸਿਕਤਾ ਹੋ ਗਈ, ਇਹ ਅਖੰਡੀ ਧੁਨੀਆਂ ਨਾਲ ਵਿਚਰਦੀਆਂ ਤਾਂ ਜਿਹੜੀ ਆ ਇਹਨਾਂ ਦੀ ਹੋਂਦ ਜਿਹੜੀ ਆ ਦੇਖਣ ਨੂੰ ਮਿਲਦੀ ਹੈ। ਪ੍ਰਸ਼ਨ ਨੰਬਰ 20, ਰਾਗ ਆਸਾ ਹੈ ਦੁਪਹਿਰ ਦਾ, ਰਾਤ ਦੇ ਦੂਜੇ ਪਹਿਰ ਦਾ, ਸਵੇਰ ਸ਼ਾਮ ਦਾ, ਜਾਂ ਸਵੇਰ ਦਾ। ਰਾਗ ਆਸਾ ਕਿੰਨਵਾਂ ਰਾਗ ਆ ਜੀ? ਤੁਹਾਨੂੰ ਪਤਾ ਹੋਣਾ ਚਾਹੀਦਾ, ਆਪਾਂ ਕੱਲ੍ਹ ਹੀ ਕਰਕੇ ਹਟੇ ਹਾਂ। ਅਤੇ ਇਹਦਾ ਸਹੀ ਉੱਤਰ ਹੈਗਾ ਵਾ ਸੀ। ਰਾਗ ਜਿਹੜਾ ਹੈਗਾ ਇਹ ਰਾਗ ਆਸਾ ਸਵੇਰੇ ਸ਼ਾਮ, ਆਸਾ ਦੀ ਵਾਰ ਜਿਹੜੀ ਹੈ ਪੜ੍ਹੀ ਜਾਂਦੀ ਹੈ। ਠੀਕ ਹੈ ਜੀ, ਇੱਥੋਂ ਯਾਦ ਰੱਖ ਲਿਓ। ਠੀਕ ਹੈ, ਤੁਸੀਂ ਇਸ ਪ੍ਰਸ਼ਨ ਦਾ ਉੱਤਰ ਜਿਹੜਾ ਵਾ। ਪ੍ਰਸ਼ਨ ਨੰਬਰ 21, ਅਸ਼ਟਧਿਆਈ ਦੇ ਅਧਿਆਏ ਹਨ। ਪਾਇਨਣੀ ਦੀ ਅਸ਼ਟਧਿਆਈ, ਠੀਕ ਹੈ ਜੀ, ਪ੍ਰਕਿਰਤ ਭਾਸ਼ਾ ਨੂੰ ਸੋਧ ਕੇ ਲਿਖੀ ਗਈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਇਹਦੇ ਕਿੰਨੇ ਭਾਗ ਨੇ? ਅਸ਼ਟਧਿਆਈ ਤੋਂ ਅੰਦਾਜ਼ਾ ਲਗਾ ਲਿਆ ਹੋਣਾ ਬਹੁਤੇ ਵਿਦਿਆਰਥੀਆਂ ਜਿਹੜੇ ਮਤਲਬ ਕੀ ਆ ਤੇਜ਼ ਨੇ। ਇਹਦਾ ਸਹੀ ਆਨਸਰ ਹੈਗਾ ਵਾ ਅਸ਼ਟਧਿਆਈ ਮਤਲਬ 8 ਅਧਿਆਏ ਨੇ। ਠੀਕ ਹੈ ਜੀ। ਪ੍ਰਸ਼ਨ ਨੰਬਰ 22, ਸਫੋਟ ਸਿਧਾਂਤ ਹੈ। ਨਕਾਰਨਾ, ਅਰਥਪੂਰਨ ਸੰਕੇਤ, ਕਾਵਿ ਮੀਮਾਂਸਾ, ਜਾਂ ਕੋਈ ਨਹੀਂ। ਸਫੋਟ ਸਿਧਾਂਤ, ਬੋਧੀ ਸਿਧਾਂਤ, ਠੀਕ ਹੈ ਜੀ, ਦੋ ਸਿਧਾਂਤ ਨੇ ਇਹ, ਅਪੋਹ ਸਿਧਾਂਤ ਅਤੇ ਸਫੋਟ ਸਿਧਾਂਤ। ਸਫੋਟ ਸਿਧਾਂਤ ਦਾ ਜਿਹੜਾ ਸੰਬੰਧ ਹੈਗਾ ਵਾ ਅਰਥਪੂਰਨ ਸੰਕੇਤ। ਅਸੀਂ ਕਹਿੰਦੇ ਹਾਂ ਕਿ ਕਿਸੇ ਚੀਜ਼ ਨੂੰ ਪਾਣੀ, ਤਾਂ ਪਾਣੀ ਦੇ ਵੱਲ ਪੂਰਾ ਸਾਡਾ ਸੰਕੇਤ ਹੈਗਾ ਕਿ ਅਸੀਂ ਪਾਣੀ ਹੀ ਮੰਗਿਆ ਵਾ। ਅਪੋਹ ਸਿਧਾਂਤ ਜਿਹੜਾ ਹੈਗਾ ਉਹ ਸੰਬੰਧ ਰੱਖਦਾ ਨਿਕਾਰਨਾਂ ਦੇ ਨਾਲ। ਉਹ ਕਹਿੰਦੇ ਜੇ ਕਿ ਪਾਣੀ ਮੰਗਿਆ ਹੈਗਾ ਤਾਂ ਤੁਸੀਂ ਬਾਕੀਆਂ ਚੀਜ਼ਾਂ ਨੂੰ, ਠੰਡੇ ਨੂੰ, ਕਿਸੇ ਹੋਰ ਨੂੰ, ਚਾਹ ਨੂੰ ਨਕਾਰਿਆ ਵਾ, ਫਿਰ ਪਾਣੀ ਦਾ ਜਿਹੜਾ ਜ਼ਿਕਰ ਕੀਤਾ ਗਿਆ ਵਾ। ਠੀਕ ਹੈ, ਇਹ ਯਾਦ ਰੱਖ ਲਿਓ। ਜਿਹੜਾ ਸਫੋਟ ਸਿਧਾਂਤ ਅਤੇ ਅਪੋਹ ਸਿਧਾਂਤ ਜਿਹੜਾ ਹੈਗਾ, ਸਫੋਟ ਸਿਧਾਂਤ ਦਾ ਜਿਹੜਾ ਸੰਬੰਧ ਵਾ ਅਰਥਪੂਰਨ ਸੰਕੇਤ ਦੇ ਨਾਲ ਹੈਗਾ। ਪ੍ਰਸ਼ਨ ਨੰਬਰ 23, ਫਨੀਮ ਦੇ ਪਹਿਲੇ ਵਿਆਖਿਆਕਾਰ ਗਲੀਸਨ, ਡੈਨੀਅਲ, ਬਲੂਮਫੀਲਡ। ਤਿੰਨ ਹੀ ਆਪਸ਼ਨਾਂ ਪਾਈਆਂ ਜੀ ਇਹਦੇ ਵਿੱਚ, ਮੈਨੂੰ ਲੱਗਦਾ ਤਿੰਨ ਹੀ ਆਪਸ਼ਨਾਂ ਨੇ। ਫਨੀਮ ਦੇ ਪਹਿਲੇ ਵਿਆਖਿਆਕਾਰ ਕਿਹੜੇ ਨੇ? ਭਾਸ਼ਾ ਵਿਗਿਆਨ ਦੇ ਨਾਲ ਸੰਬੰਧ ਰੱਖਦਾ ਫਨੀਮ, ਇਹਦੇ ਪਹਿਲੇ ਵਿਆਖਿਆਕਾਰ ਹੈਗੇ ਨੇ ਬਲੂਮਫੀਲਡ। ਠੀਕ ਹੈ ਜੀ। ਪ੍ਰਸ਼ਨ ਨੰਬਰ 24, ਗੋਟੇ ਦਾ ਪ੍ਰਯੋਗ ਹੁੰਦਾ ਹੈ। ਕਿਸ ਫੁਲਕਾਰੀ ਦੇ ਵਿੱਚ ਗੋਟੇ ਦਾ ਪ੍ਰਯੋਗ ਹੁੰਦਾ? ਸ਼ਮਾਸ਼ ਫੁਲਕਾਰੀ ਵਿੱਚ, ਸੁੱਚੀ ਫੁਲਕਾਰੀ ਵਿੱਚ, ਚੋਪ ਵਿੱਚ ਅਤੇ ਸੁੱਭਰ ਫੁਲਕਾਰੀ ਵਿੱਚ। ਗੋਟੇ ਦਾ ਪ੍ਰਯੋਗ ਹੁੰਦਾ ਜੀ ਸੁੱਚੀ ਫੁਲਕਾਰੀ ਦੇ ਵਿੱਚ। ਸਮਾਸ ਵਿੱਚ ਸ਼ੀਸ਼ੇ ਹੁੰਦੇ ਨੇ। ਚੋਪ ਚੂੜੇ ਨਾਲ ਸੰਬੰਧਿਤ ਫੁਲਕਾਰੀ ਹੈ, ਵਿਆਹ ਨਾਲ ਸੰਬੰਧਿਤ ਚੂੜਾ ਚੜਾਇਆ ਜਾਂਦਾ ਸਵੇਰੇ, ਚੋਪ ਫੁਲਕਾਰੀ ਲਈ ਜਾਂਦੀ ਸੀ। ਸੁੱਭਰ ਫੇਰਿਆਂ ਵੇਲੇ, ਆਨੰਦ ਕਾਰਜ ਵੇਲੇ। ਠੀਕ ਆ ਜੀ, ਇਹਨਾਂ ਚਾਰਾਂ ਨੂੰ ਕੀ ਆ ਧਿਆਨ ਦੇ ਵਿੱਚ ਤੁਸੀਂ ਕੀ ਆ ਰੱਖ ਲੈਣਾ ਵਾ। ਪ੍ਰਸ਼ਨ ਨੰਬਰ 25, ਸਾਹਿਤ ਦੁਨੀਆ ਦਾ ਦਿਲ ਹੈ ਕਥਨ ਹੈ। ਸਾਹਿਤ ਦੁਨੀਆ ਦਾ ਦਿਲ ਹੈ, ਇਹ ਕਥਨ ਕਿਸ ਦਾ ਵਾ? ਗੋਰਕੀ, ਐਮਰਸਨ, ਰਸੂਲ ਹਮਜ਼ਾ ਤੋਜ, ਜਾਂ ਪ੍ਰੋਫੈਸਰ ਪੂਰਨ ਸਿੰਘ। ਇਹ ਪ੍ਰਸ਼ਨ ਥੋੜ੍ਹਾ ਜਿਹਾ ਔਖਾ ਹੋ ਜਾਣਾ, ਜਿਨ੍ਹਾਂ ਨੇ ਪੜ੍ਹਿਆ ਹੋਊ ਉਹਨਾਂ ਨੂੰ ਪਤਾ ਹੋਊਗੀ ਇਸ ਪ੍ਰਸ਼ਨ ਦਾ। ਠੀਕ ਹੈ, ਸਾਹਿਤ ਦੁਨੀਆ ਦਾ ਦਿਲ ਹੈ, ਇਸ ਦਾ ਸਹੀ ਉੱਤਰ ਹੈਗਾ ਵਾ ਗੋਰਕੀ। ਪ੍ਰਸ਼ਨ ਨੰਬਰ 26, ਦਰ ਖੁੱਲ੍ਹਾ ਹਸ਼ਰ ਅਜ਼ਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ ਸੰਬੰਧ ਹੈ। ਕਿਹਦੀਆਂ ਲਾਈਨਾਂ ਨੇ? ਯਾਦ ਆ ਗਿਆ ਹੋਣਾ ਵੀ ਆਪਾਂ ਕਰਵਾਇਆ ਪ੍ਰਸ਼ਨ ਇਹ। ਠੀਕ ਹੈ ਤੁਹਾਨੂੰ। ਪੰਜਾਬ ਦੇ ਤਤਕਾਲੀਨ ਅਵਸਥਾ ਨਾਲ, ਮੱਧਕਾਲੀ ਰਾਜਨੀਤਿਕ ਅਵਸਥਾ ਨਾਲ, ਪੂਰਵ ਕਾਲ ਦੇ ਜੰਗੀਰਦਾਰ ਨਿਜ਼ਾਮ ਨਾਲ, ਜਾਂ ਕੋਈ ਨਹੀਂ। ਇਹ ਰਚਨਾਵਾਂ ਇਹ ਹੈਗੀਆਂ ਨੇ ਬੁੱਲੇ ਸ਼ਾਹ ਦੀਆਂ, ਅਤੇ ਇਸ ਦਾ ਜਿਹੜਾ ਸੰਬੰਧ ਹੈਗਾ ਉਹ ਹੈਗਾ ਵਾ ਮੱਧਕਾਲੀ ਰਾਜਨੀਤਿਕ ਅਵਸਥਾ ਦੇ ਨਾਲ। ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਠੀਕ ਹੈ, ਹੁਣ ਯਾਦ ਆ ਗਿਆ ਹੋਊਗੀ ਸਾਰਿਆਂ ਨੂੰ। ਠੀਕ ਹੈ, ਅੱਗੇ ਜੀ ਦਮੋਦਰ ਦਾ ਸੰਬੰਧ ਹੈ
16ਵੀਂ ਸਦੀ, 17ਵੀਂ ਸਦੀ, 19ਵੀਂ ਸਦੀ ਅਤੇ 14ਵੀਂ ਸਦੀ। ਇਹ ਪ੍ਰਸ਼ਨ ਨਹੀਂ ਕਿਸੇ ਦਾ ਗਲਤ ਹੋਣਾ ਚਾਹੀਦਾ ਜੀ। ਦਮੋਦਰ ਦਾ ਸੰਬੰਧ ਜਿਹੜਾ ਹੈਗਾ ਵਾ ਉਹ ਹੈਗਾ 16ਵੀਂ ਸਦੀ ਦੇ ਨਾਲ। ਗਜ਼ਲ ਦਾ ਸੰਬੰਧ ਹੈ ਮਤਲੇ ਨਾਲ, ਮਕਤੇ ਨਾਲ, ਜੀਵਨੀ ਨਾਲ, ਨਾਟਕ ਨਾਲ। ਇਹ ਪ੍ਰਸ਼ਨ ਸੌਖਾ ਥੋੜ੍ਹਾ ਜਿਹਾ ਸਿੱਧਾ ਹੀ ਪੈ ਗਿਆ ਵੀ ਸਾਰਿਆਂ ਦਾ ਸਹੀ ਹੋਣਾ ਇਹ ਪ੍ਰਸ਼ਨ ਜਿਹੜਾ ਹੈਗਾ ਵਾ। ਇਹਦਾ ਜਿਹੜਾ ਆਪਸ਼ਨ ਪਾਉਣ ਲੱਗੇ ਮੈਂ ਧਿਆਨ ਨਹੀਂ ਦਿੱਤਾ ਥੋੜ੍ਹਾ ਜਿਹਾ। ਗਜ਼ਲ ਦਾ ਸੰਬੰਧ ਕਿਹਦੇ ਨਾਲ ਹੈ ਜੀ? ਮਤਲੇ ਨਾਲ ਅਤੇ ਮਕਤੇ ਨਾਲ। ਇਹਦਾ ਜਿਹੜਾ ਉੱਤਰ ਵਾ ਉਹ ਊੜਾ ਅਤੇ ਆੜਾ ਦੋਵੇਂ ਹੀ ਆਵੇਗਾ। ਪ੍ਰਸ਼ਨ ਨੰਬਰ 29, ਪਿਰ ਘਰ ਨਾਹੀਂ ਆਵੇ ਧਨ ਕਿਉ ਸੁਖ ਪਾਵੇ, ਬਿਰਹਾ ਵਿਰੋਧ ਤਨ ਸੀਜੇ। ਠੀਕ ਹੈ ਜੀ, ਬਿਰਹਾ ਦਾ ਜ਼ਿਕਰ ਕੀਤਾ ਗਿਆ ਇਸ ਦੇ ਵਿੱਚ, ਸਮਝ ਗਏ ਹੋਵੋਗੇ। ਆਸਾ ਦੀ ਵਾਰ ਵਿੱਚੋਂ, ਜਪਜੀ ਸਾਹਿਬ ਵਿੱਚੋਂ, ਸਿੱਧ ਗੋਸ਼ਟ ਵਿੱਚੋਂ ਜਾਂ 12 ਮਾਹ ਵਿੱਚੋਂ। ਇਹਦਾ ਸਹੀ ਉੱਤਰ ਹੈਗਾ ਜੀ 12 ਮਾਹ ਤੁਖਾਰੀ ਵਿੱਚੋਂ। ਠੀਕ ਆ ਜੀ, ਗੁਰੂ ਨਾਨਕ ਦੇਵ ਜੀ ਦੇ 12 ਮਾਹ ਦੇ ਵਿੱਚੋਂ ਇਹ ਲਿਆ ਗਿਆ ਵਾ। ਪਿਰ ਘਰ ਨਾਹੀਂ ਆਵੇ ਧਨ ਕਿਉ ਸੁਖ ਪਾਵੇ, ਬਿਰਹਾ ਵਿਰੋਧ ਤਨ ਸੀਜੇ। ਕਈ ਵਾਰੀ ਜੀ ਇਤਿਹਾਸ, ਮੈਂ ਮਾफ़ੀ ਪਹਿਲਾਂ ਹੀ ਮੰਗਦਾ, ਕਈ ਵਾਰੀ ਪ੍ਰਸ਼ਨ ਜਿਹੜਾ ਕਈ ਵਾਰੀ ਗਲਤ ਕਰਵਾਇਆ ਜਾਂਦਾ ਹੁੰਦਾ ਵਾ ਤਾਂ ਮੈਨੂੰ ਜ਼ਰੂਰ ਦੱਸ ਦਿਓ। ਠੀਕ ਹੈ, ਤਾਂ ਆਨਸਰ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋਗੇ ਸਾਰੇ ਕੁਐਸਚਨ ਗਲਤ ਹੈਗਾ ਵਾ, ਕਿਉਂਕਿ ਫਿਰ ਮੈਨੂੰ ਵੀ ਯਾਦ ਆ ਜਾਂਦਾ, ਸਿੱਖਣ ਦਾ ਮੌਕਾ ਮਿਲ ਜਾਂਦਾ ਵਾ। ਅੱਗੇ ਜੀ ਪੁਸਤਕ ਦਾ ਨਾਮ ਪੰਜਾਬੀ ਜੀਵਨ ਅਤੇ ਸੱਭਿਆਚਾਰ ਪੁਸਤਕ ਹੈ। ਪੰਜਾਬੀ ਜੀਵਨ ਅਤੇ ਸੱਭਿਆਚਾਰ ਪੁਸਤਕ ਹੈ ਹਰਚਰਨ ਸਿੰਘ ਦੀ, ਕਰਨੈਲ ਸਿੰਘ ਥਿੰਦ ਦੀ, ਵਣਜਾਰਾ ਬੇਦੀ ਦੀ, ਹਰਚਰਨ ਸਿੰਘ ਸੂਬਾ ਸਿੰਘ। ਇਸ ਦਾ ਸਹੀ ਜਿਹੜਾ ਉੱਤਰ ਹੈਗਾ ਵਾ ਡੀ, ਹਰਚਰਨ ਸਿੰਘ ਅਤੇ ਸੂਬਾ ਸਿੰਘ ਦੀ ਪੁਸਤਕ ਹੈਗੀ ਹੈ ਪੰਜਾਬੀ ਜੀਵਨ ਅਤੇ ਸੱਭਿਆਚਾਰ ਪੁਸਤਕ। ਜਿਨ੍ਹਾਂ ਦੀ ਵੀਡੀਓ ਦੀ ਕੁਆਲਿਟੀ ਲੋਅ ਹੁੰਦੀ ਹੈ ਨਾ ਜੀ, ਉਹ ਸਾਈਡ 'ਤੇ ਆਪਣੀ ਕੁਆਲਿਟੀ ਜਿਹੜੀ ਆ ਹਾਈ ਕਰ ਲਿਆ ਕਰੋ। ਠੀਕ ਹੈ ਜੀ। ਪ੍ਰਸ਼ਨ ਨੰਬਰ 31, ਹੇਰਾ ਨਿਰੋਲ ਕਾਵਿ ਰੂਪ ਹੈ ਮਲਵਈ ਦਾ, ਮਾਝੀ ਦਾ, ਪੁਆਧੀ ਦਾ ਜਾਂ ਸਾਂਦਰਵਾਰ ਦਾ। ਹੇਰਾ ਨਿਰੋਲ ਕਾਵਿ ਰੂਪ ਹੈ ਮਲਵਈ ਦਾ। ਠੀਕ ਹੈ ਜੀ। ਪ੍ਰਸ਼ਨ ਨੰਬਰ 32, ਗੁਰਦਿਆਲ ਸਿੰਘ ਦਾ ਜੀਵਨ ਕਾਲ ਹੈ। ਆਪਸ਼ਨ ਏ, ਆਪਸ਼ਨ ਬੀ, ਆਪਸ਼ਨ ਸੀ, ਆਪਸ਼ਨ ਡੀ। ਯਾਦ ਆ ਗਿਆ ਹੋਵੇ 1933 ਤੋਂ ਲੈ ਕੇ 2016। ਠੀਕ ਹੈ ਜੀ। ਇਸ ਨੰਬਰ 'ਤੇ ਤੁਸੀਂ ਮੈਨੂੰ ਪਰਸਨਲ ਮੈਸੇਜ ਕਰ ਸਕਦੇ ਹੋ। ਠੀਕ ਹੈ ਜੀ, ਦੱਸ ਸਕਦੇ ਹੋ ਮੇਰੀ ਗਲਤੀ, ਜਾਂ ਕਿਸੇ ਨੇ ਕੁਛ ਪੁੱਛਣਾ ਹੋਵੇ ਜਾਂ ਕੁਛ ਦੱਸਣਾ ਹੋਵੇ। ਠੀਕ ਹੈ ਜੀ, ਤਾਂ ਤੁਸੀਂ ਮੈਨੂੰ ਕੀ ਹੈ ਦੱਸ ਸਕਦੇ ਹੈਗੇ। ਅੱਗੇ ਜੀ ਪ੍ਰਸ਼ਨ ਨੰਬਰ 33, ਪੰਜਾਬੀ ਪ੍ਰਸਿੱਧ ਸ਼ਖਸੀਅਤਾਂ ਦੇ ਆਧਾਰ 'ਤੇ ਪੰਜਾਬੀ ਸਾਹਿਤ ਦੀ ਵੰਡ ਕੀਤੀ। ਮਤਲਬ ਕਿ ਮੁੱਖ ਸ਼ਖਸੀਅਤਾਂ ਦੇ ਆਧਾਰ 'ਤੇ ਬਨਾਰਸੀ ਦਾਸ ਜੈਨ ਜੀ ਨੇ ਧਰਮ ਦੇ ਆਧਾਰ 'ਤੇ ਕੀਤੀ। ਠੀਕ ਹੈ, ਜਿਵੇਂ ਅਤੇ ਡਾਕਟਰ ਦੀਵਾਨ ਕਿਰਪਾਲ ਸਿੰਘ ਕਸੇਲ ਨੇ ਮਤਲਬ ਕੀ ਆ ਪ੍ਰਵਿਰਤੀਆਂ ਨੂੰ ਕਹਿ ਦਈਏ ਜਾਂ ਰਾਜਨੀਤਿਕ ਕਿਹੜੀ ਵੰਡ ਨਿਰੋਲ ਕਿਰਪਾਲ ਸਿੰਘ ਕਸੇਲ ਜੀ ਨੇ ਕੀਤੀ। ਤਾਂ ਪੰਜਾਬੀ ਸ਼ਖਸੀਅਤਾਂ ਦੇ ਆਧਾਰ 'ਤੇ ਮਤਲਬ ਕਿ ਨਾਮ ਦੇ ਆਧਾਰ 'ਤੇ ਜਿਵੇਂ ਕਹਿੰਦੇ ਕਿਹੜੀ ਵੰਡ ਕਿਵੇਂ ਕੀਤੀ ਗਈ, ਸ਼ੀਤਲ ਜੀ ਨੇ, ਬਨਾਰਸੀ ਦਾਸ ਜੈਨ ਨੇ, ਜਾਂ ਡਾਕਟਰ ਦੀਵਾਨਾ ਨੇ, ਜਾਂ ਮਤਲਬ ਪ੍ਰੋਫੈਸਰ ਗੁਰਚਰਨ ਸਿੰਘ ਨੇ। ਇਸ ਦਾ ਜਿਹੜਾ ਸਹੀ ਆਨਸਰ ਹੈਗਾ ਵਾ ਗੁਰਚਰਨ ਸਿੰਘ। ਠੀਕ ਹੈ ਜੀ, ਇਹ ਯਾਦ ਕਰ ਲਿਓ ਇੱਕ ਵਾਰੀ, ਹੁਣ ਮੈਨੂੰ ਵੀ ਭੁੱਲੇ ਹੋਏ ਨੇ ਪ੍ਰਸ਼ਨ, ਇਹ ਮੈਂ ਪਹਿਲੀ ਵੀਡੀਓ 'ਚ ਪਾਏ ਸੀਗੇ। ਠੀਕ ਹੈ, ਤੁਹਾਨੂੰ ਬਨਾਰਸੀ ਦਾਸ ਜੈਨ ਧਰਮ ਜੀ ਨਾਲ ਕੀਤੀ, ਕਿਰਪਾਲ ਸਿੰਘ ਕਸੇਲ ਜੀ ਨੇ ਮਤਲਬ ਕੀਤੀ ਸੀਗੀ। ਕਿਰਪਾਲ ਸਿੰਘ ਕਸੇਲ ਦੀ ਜਿਹੜੀ ਹੈਗੀ ਉਹ ਰਾਜਨੀਤਿਕ ਹੈਗੀ ਹੈ। ਡਾਕਟਰ ਦੀਵਾਨਾ ਨੇ ਤਾਂ ਨਿਰੋਲ ਮਤਲਬ ਕੀ ਆ ਸਮੇਂ ਦੇ ਆਧਾਰ 'ਤੇ ਕੀਤੀ ਹੋਈ ਹੈ। ਠੀਕ ਹੈ, ਅਤੇ ਇੱਕ ਹੈਗੇ ਨੇ ਪਰਮਿੰਦਰ ਸਿੰਘ ਜੀ, ਉਹਨਾਂ ਨੇ ਕੀ ਆ ਸੰਨਾਂ ਅਤੇ ਤਰੀਕਾਂ ਦੇ ਆਧਾਰ 'ਤੇ ਕੀਤੀ ਹੋਈ ਹੈ। ਅਗਲਾ ਪ੍ਰਸ਼ਨ ਜੀ ਸਾਡਾ, ਕਥਾਰਸਿਸ ਤੋਂ ਕੀ ਭਾਵ ਹੈ। ਕਥਾਰਸਿਸ ਦਾ ਸੰਬੰਧ ਕਿਸ ਚੀਜ਼ ਨਾਲ, ਤੁਹਾਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ। ਮੈਂ ਕਰਵਾਇਆ ਤੁਹਾਨੂੰ ਪ੍ਰਸ਼ਨ ਇਹ। ਠੀਕ ਹੈ, ਜਿਨ੍ਹਾਂ ਨੇ ਪੜ੍ਹਿਆ ਹੋਇਆ ਉਹਨਾਂ ਦਾ ਨਹੀਂ ਗਲਤ ਹੋਣਾ ਚਾਹੀਦਾ ਹੈ। ਭਾਵਾਂ ਦਾ ਵੇਗ, ਭਾਵਾਂ ਦਾ ਖੁੱਲ੍ਹਾ ਪ੍ਰਗਟਾ, ਭਾਵਾਂ ਦਾ ਸੰਤੁਲਨ, ਭਾਵਾਂ ਦੀ ਲੜੀ। ਕਥਾਰਸਿਸ ਦਾ ਜਿਹੜਾ ਸੰਬੰਧ ਹੈਗਾ ਉਹ ਹੈਗਾ ਰਸ ਦੇ ਨਾਲ, ਅਤੇ ਇਹਦਾ ਸਹੀ ਆਨਸਰ ਆਵੇਗਾ ਸੀ, ਭਾਵਾਂ ਦਾ ਸੰਤੁਲਨ। ਭਾਵਾਂ ਦਾ ਸੰਤੁਲਨ ਰਹਿਣਾ ਚਾਹੀਦਾ। ਜਿਹੜਾ ਰਸ ਵਾ ਕਿਸੇ ਚੀਜ਼ ਨੂੰ ਪੜ੍ਹਦੇ ਹੈਗੇ ਉਹਦੇ ਵਿੱਚ ਚੀਜ਼ ਦੇ ਵਿੱਚ ਸਾਨੂੰ ਕੀ ਸੰਤੁਲਨ ਹੋਣਾ ਚਾਹੀਦਾ ਵਾ। ਠੀਕ ਹੈ ਜੀ, ਇਹਦੇ ਨਾਲ ਆਪਾਂ ਉਲਟੇ ਦੇ ਕਾਫੀ 1-2 ਕੁਐਸਚਨ ਕੀਤੇ ਹੋਏ ਆ ਇਸ ਚੀਜ਼ ਦੇ ਨਾਲ ਸੰਬੰਧਿਤ ਆਪਾਂ। ਠੀਕ ਹੈ, ਪ੍ਰਸ਼ਨ ਨੰਬਰ 35, ਪੰਜਾਬੀ ਲੇਖਕ ਕੋਸ਼, ਭਾਸ਼ਾ ਵਿਭਾਗ ਪ੍ਰੋਫੈਸਰ ਪ੍ਰੀਤਮ ਸਿੰਘ, ਈਡੀ ਗੁਰਦੇਵ ਸਿੰਘ, ਸੱਸਾ ਪਿਆਰਾ ਸਿੰਘ ਪਦਮ। ਪੰਜਾਬੀ ਲੇਖਕ ਕੋਸ਼ ਜਿਹੜਾ ਹੈਗਾ ਇਹ ਹੈਗਾ ਭਾਸ਼ਾ ਵਿਭਾਗ ਦਾ। ਪ੍ਰੋਫੈਸਰ ਪ੍ਰੀਤਮ ਸਿੰਘ ਜੀ ਨੇ ਸ਼ਾਇਦ ਲਿਖਾਰੀ ਕੋਸ਼ ਲਿਖਿਆ ਹੋਇਆ ਵਾ। ਪ੍ਰਸ਼ਨ ਨੰਬਰ 36, ਖੇਡਣ ਦੇ ਦਿਨ 4 ਨਾਟਕ ਹੈ। ਆਈ ਸੀ ਨੰਦਾ, ਕਪੂਰ ਸਿੰਘ ਘੁੰਮਣ,
ਰੌਸ਼ਨ ਲਾਲ ਅਹੂਜਾ ਅਤੇ ਬਲਵੰਤ ਗਾਰਗੀ। ਖੇਡਣ ਦੇ ਦਿਨ 4 ਜਿਹੜਾ ਨਾਟਕ ਹੈਗਾ ਜੀ ਇਹ ਕਿਹਦਾ ਹੈਗਾ ਵਾ, ਇਹ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਦਿਓ, ਠੀਕ ਆ ਜੀ। ਇਹ ਪ੍ਰਸ਼ਨ ਇੱਥੇ ਗਲਤ ਬਣਿਆ ਹੋਇਆ ਵਾ, ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ। ਖੇਡਣ ਦੇ ਦਿਨ ਜਿਹੜਾ 4 ਹੈਗਾ ਵਾ ਨਾਟਕ ਕਿਸ ਦਾ ਹੈ, ਇਹਨਾਂ ਚਾਰਾਂ ਦਾ ਹੀ ਹੈ ਨਹੀਂ ਗਾ। ਤੁਸੀਂ ਇਹ ਮੈਸੇਜ ਕਰਕੇ ਦੱਸਣਾ ਕਿ ਨਾਟਕ ਮੈਨੂੰ ਇਹ ਕਿਸ ਦਾ ਲਿਖਿਆ ਹੋਇਆ ਵਾ। ਉਮੀਦ ਆ ਯਾਦ ਆ ਗਿਆ ਹੋਣਾ ਤੁਹਾਨੂੰ, ਠੀਕ ਆ ਵੀ। ਪ੍ਰਸ਼ਨ ਨੰਬਰ 37, ਕਣਕ ਦੀ ਬੱਲੀ ਵਿੱਚ ਜ਼ਬਰ ਹੈ। ਜ਼ਬਰ ਧੱਕਾ ਦਿਖਾਇਆ ਗਿਆ ਵਾ। ਆਰਥਿਕ, ਜੰਗੀਰਦਾਰੀ, ਸਮਾਜਿਕ ਵਿਦਰੋਹ ਜਾਂ ਪੂੰਜੀਵਾਦੀ। ਕਣਕ ਦੀ ਬੱਲੀ ਇੱਕ ਦੁਖਾਂਤ ਨਾਟਕ ਆ, ਠੀਕ ਆ ਜੀ, ਜਿਹਦੇ ਵਿੱਚ ਜਗੀਰਦਾਰੀ ਜਿਹੜਾ ਵਾ ਜ਼ਬਰ ਦਿਖਾਇਆ ਗਿਆ ਵਾ, ਭਾਵ ਬਚਨੋਂ ਦਾ ਜਿਹੜਾ ਸੰਬੰਧ ਹੁੰਦਾ ਉਹਦੇ ਨਾਲ, ਠੀਕ ਹੈ। ਹੁਣ ਕੁਐਸਚਨ ਮਾਰਕ ਲਾਤਾ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਠੀਕ ਹੈ। ਪਰ ਟੈਸਟ ਕਾਹਦਾ ਹੋਇਆ, ਠੀਕ ਹੈ ਜੀ, ਮਤਲਬ ਕੀ ਆ ਉਹਦੇ ਨਾਲ ਜੰਗੀਰਦਾਰੀ ਜਿਹੜਾ ਵਾ, ਜੰਗੀਰਦਾਰ ਜਿਹੜਾ ਵਾ ਧੱਕਾ ਕਰਦਾ, ਠੀਕ ਹੈ ਜੀ। ਅੱਗੇ ਪ੍ਰਸ਼ਨ ਨੰਬਰ 38, ਜੀਵਨ ਨੀਤੀ ਰਚਨਾ ਹੈ। ਭਾਈ ਵੀਰ ਸਿੰਘ, ਕਮਲਾ ਅਕਾਲੀ, ਲਾਲ ਬਿਹਾਰੀ ਜੀ ਜਾਂ ਕੋਈ ਨਹੀਂ। ਜੀਵਨ ਨੀਤੀ ਜਿਹੜੀ ਹੈਗੀ ਆ ਇਹ ਰਚਨਾ ਹੈਗੀ ਆ ਕਮਲਾ ਅਕਾਲੀ ਜੀ ਦੀ, ਠੀਕ ਹੈ ਜੀ। ਅੱਗੇ ਪ੍ਰਸ਼ਨ ਨੰਬਰ ਜੀ 39, ਉਪਵਾਕ ਦੀਆਂ ਕਿਸਮਾਂ ਹਨ। A 4, B 3, C 4, ਦੋ ਵਾਰੀ ਆ ਗਿਆ ਵੀ 4, ਅਤੇ D 2। ਉਪਵਾਕ ਜਿਹੜਾ ਕਿਸਮਾਂ ਦੀਆਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ, 2 ਤਰ੍ਹਾਂ ਦੀਆਂ। ਟੈਂਕਾ, ਠੱਠਾ, ਡੱਡਾ, ਤੱਤਾ ਵਿਅੰਜਨ ਹਨ। ਡੱਕਵੇਂ, ਅਡੱਕਵੇਂ, ਦੰਤੀ, ਕੋਈ ਨਹੀਂ। ਇਹ ਸਾਰਿਆਂ ਦਾ ਤਕਰੀਬਨ ਸਹੀ ਜਾਊਗਾ ਪ੍ਰਸ਼ਨ ਵੀ। ਡੱਕਵੇਂ। ਸੋਹਣੀ ਮਹੀਵਾਲ ਸਭ ਤੋਂ ਪਹਿਲਾਂ ਲਿਖਿਆ। ਹਾਸ਼ਮ, ਹਾਫਿਜ਼, ਵਾਰੇਸ਼ਾ ਅਤੇ ਪੀਲੂ। ਸਭ ਤੋਂ ਪਹਿਲਾਂ ਲਿਖਿਆ ਜੀ ਸ਼ੀਰੀ ਫਰਿਆਦ, ਸੋਹਣੀ ਮਹੀਵਾਲ, ਸੱਸੀ ਦੂਜੀ ਵਾਰੀ ਲਿਖੀ ਸੀ ਸੱਚ, ਇਹ ਹੁਣ ਯਾਦ ਆ ਗਿਆ ਹੋਣਾ ਸਾਰਿਆਂ ਨੂੰ। ਹਾਸ਼ਮ, ਠੀਕ ਹੈ ਜੀ। ਸੱਸੀ ਪਹਿਲਾਂ ਹਾਫਿਜ਼ ਨੇ ਲਿਖੀ ਹੋਈ ਸੀਗੀ ਵਿਸਥਾਰ 'ਚ, ਹਾਸ਼ਮ ਨੇ ਮਤਲਬ ਕੀ ਆ ਉਹਦਾ ਥੋੜ੍ਹਾ ਜਿਹਾ ਸੂਤਰਿਕ ਲਿਖੀ, ਹਾਫਿਜ਼ ਨੇ ਥੋੜ੍ਹੀ ਜਿਹੀ ਵਿਸਥਾਰ 'ਚ ਲਿਖੀ ਸੀਗੀ। ਅੱਗੇ ਜੀ, ਟੁੰਡੇ ਅਸਰਾਜੇ ਦੀ ਵਾਰ ਦੀ ਧੁਨੀ ਗਾਉਣ ਦੀ ਵਾਰ ਹੈ। ਅਸਰਾਜੇ ਟੁੰਡੇ ਦੀ ਵਾਰ ਦੀ ਧੁਨੀ 'ਤੇ ਗਾਉਣ ਦੀ ਵਾਰ ਹੈ। ਮਹੱਲਾ ਪਹਿਲਾ, ਮਹੱਲਾ ਚੌਥਾ, ਮਹੱਲਾ ਪੰਜਵਾਂ ਅਤੇ ਮਹੱਲਾ ਦੂਜਾ। ਗਲਤ ਨਹੀਂ ਹੋਣਾ ਚਾਹੀਦਾ ਵੀ ਇਹ ਪ੍ਰਸ਼ਨ ਸਾਰਿਆਂ ਦਾ। ਮਹੱਲਾ ਪਹਿਲਾ, ਆਸਾ ਦੀ ਵਾਰ। ਪ੍ਰਸ਼ਨ ਨੰਬਰ 43, ਪੰਜਾਬੀ ਭਾਸ਼ਾ ਅਕਾਦਮੀ ਸੰਸਥਾ ਹੈ। ਸਰਕਾਰੀ, ਗੈਰ ਸਰਕਾਰੀ, ਕੋਈ ਨਹੀਂ। ਪੰਜਾਬੀ ਭਾਸ਼ਾ ਅਕਾਦਮੀ ਇਹ ਤੁਸੀਂ ਸਰਚ ਮਾਰ ਕੇ ਪੜ੍ਹ ਲਿਓ, ਠੀਕ ਹੈ ਜੀ। 2 ਹੈਗੀਆਂ ਨੇ ਇਹ, ਭਾਸ਼ਾ ਅਕਾਦਮੀ ਅਤੇ ਪੰਜਾਬੀ ਅਕਾਦਮੀ। ਇਹ ਇੱਕ ਗੈਰ ਸਰਕਾਰੀ ਸੰਸਥਾ ਜਿਹੜੀ ਮਤਲਬ ਪੰਜਾਬੀ ਸਾਹਿਤ ਦੇ ਵਿੱਚ ਜਿਹੜੀਆਂ ਨੇ ਯੋਗਦਾਨ ਪਾ ਰਹੀਆਂ ਨੇ। ਸੁਖਵਿੰਦਰ ਸਿੰਘ ਸੰਘਾ ਦੀ ਬੁੱਕ ਦੇ ਵਿੱਚ ਇਹ ਦਿੱਤਾ ਹੋਇਆ ਨਾ, ਯੂਨੀਵਰਸਿਟੀਆਂ ਬਾਰੇ ਵੀ, ਜਿਹੜੇ ਪੰਜਾਬੀ ਜਿਹੜੀਆਂ ਸਰਕਾਰੀ ਅਤੇ ਗੈਰ ਸਰਕਾਰੀ ਜਿਹੜੀਆਂ ਸੰਸਥਾਵਾਂ ਹੈਗੀਆਂ ਉਹਨਾਂ ਬਾਰੇ ਵੀ ਜ਼ਿਕਰ ਦਿੱਤਾ ਹੋਇਆ। ਪੜ੍ਹ ਲਿਓ ਜਿਨ੍ਹਾਂ ਕੋਲ ਕਿਤਾਬ ਹੈਗੀ ਹੈ ਵੀ। ਪ੍ਰਸ਼ਨ ਨੰਬਰ 44, ਟੀਕੇ, ਬਚਨ, ਸੁਖਨ ਇਹ ਜਨਮ ਸਾਖੀਆਂ ਨੇ, ਵਾਰਤਕ ਰੂਪ ਨੇ, ਕਵਿਤਾ ਰੂਪ ਨੇ ਜਾਂ ਸਵੈ ਜੀਵਨੀ ਨਾਲ ਸੰਬੰਧ ਰੱਖਦੇ ਨੇ। ਇਹ ਵੀ ਗਲਤ ਨਹੀਂ ਹੋਣਾ ਚਾਹੀਦਾ ਜੀ ਆਨਸਰ ਸਾਰਿਆਂ ਦਾ। ਇਹਦਾ ਸਹੀ ਆਨਸਰ ਹੈਗਾ ਜੀ ਇਹ ਵਾਰਤਕ ਰੂਪ ਦੇ ਵਿੱਚ ਹੈਗੇ ਨੇ ਸਾਰੇ। ਪ੍ਰਸ਼ਨ ਨੰਬਰ 45, ਸੁਖਮਣੀ ਸਾਹਿਬ ਸਲੋਕ ਹਨ। ਸੁਖਮਣੀ ਸਾਹਿਬ ਦੇ ਸਲੋਕ ਹਨ 4 ਤੁਕਾਂ ਦੇ, 2 ਤੁਕਾਂ ਦੇ, 6 ਤੁਕਾਂ ਦੇ ਅਤੇ 8 ਤੁਕਾਂ ਦੇ। ਇਹ ਪ੍ਰਸ਼ਨ ਵੀ ਮੈਂ ਕਰਵਾਇਆ ਹੋਇਆ ਵੀ, ਪਤਾ ਹੋਊ ਤੁਹਾਨੂੰ ਸਾਰਿਆਂ ਨੂੰ। ਸੁਖਮਣੀ ਸਾਹਿਬ ਦੇ ਜਿਹੜੇ ਸ਼ਲੋਕ ਨੇ ਉਹ ਹੈਗੇ ਨੇ 2 ਤੁਕਾਂ ਦੇ। ਤੁਕਾਂਤ ਮੇਲ ਹੈਗਾ ਵਾ, ਪਰ ਉਹਨਾਂ ਦੇ ਤੁਕਾਂ ਮਤਲਬ ਕੀ ਆ ਵੱਡੀਆਂ ਛੋਟੀਆਂ ਹੈਗੀਆਂ ਨੇ। ਜਿਨ੍ਹਾਂ ਨੇ ਪੜ੍ਹਿਆ ਸੁਖਮਣੀ ਸਾਹਿਬ ਪੜ੍ਹਦੇ ਨੇ, ਠੀਕ ਹੈ, ਸੁਖਮਣੀ ਸਾਹਿਬ ਜੀ ਦਾ ਪਾਠ ਕਰਦੇ ਨੇ, ਉਹਨਾਂ ਨੂੰ ਪਤਾ ਹੋਊਗਾ, ਠੀਕ ਹੈ ਜੀ। ਪ੍ਰਸ਼ਨ ਨੰਬਰ 46, ਮੱਧਕਾਲ ਸਾਹਿਤ ਵਿਚਲਾ ਪ੍ਰਗਤੀਵਾਦ ਕਿਸ ਪ੍ਰਕਾਰ ਦਾ ਹੈ। ਪਦਾਰਥਵਾਦੀ, ਅਗਰਾਮੀ, ਅੰਤਰਮੁਖੀ ਜਾਂ ਕੋਈ ਨਹੀਂ। ਮੱਧਕਾਲ ਸਾਹਿਤ ਵਿਚਲਾ ਪ੍ਰਗਤੀਵਾਦ ਜਿਹੜਾ ਵਾ ਉਹ ਅੰਤਰਮੁਖੀ ਹੈਗਾ ਵਾ, ਠੀਕ ਹੈ ਜੀ। ਆਪਸੀ ਜਿਹੜਾ ਘੋਲ ਚੱਲਦਾ ਹੈ ਨਾ,
ਖਾਸ ਤੌਰ 'ਤੇ ਗੁਰਮਤਿ ਕਾਵਿ ਧਾਰਾ ਦੇ ਵਿੱਚ ਕਹਿ ਸਕਦੇ ਹੈਗੇ ਆਪਾਂ, ਜਾਂ ਸੂਫੀ ਕਾਵਿ ਧਾਰਾ ਦੇ ਵਿੱਚ। ਉਹਦੇ ਆਧਾਰ 'ਤੇ ਇਹ ਪ੍ਰਸ਼ਨ ਜਿਹੜਾ ਮੈਂ ਦੱਸਿਆ ਵਾ, ਪ੍ਰਗਤੀਵਾਦ ਜਿਹੜਾ ਵਾ ਉਹ ਅੰਤਰਮੁਖੀ ਹੈਗਾ ਵਾ, ਆਪਣੇ ਨਾਲ ਘੋਲ। ਠੀਕ ਹੈ ਜੀ, ਜਿਵੇਂ ਵਾਰਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਮਨਮੁਖ ਅਤੇ ਗੁਰਮੁਖ ਦੀ ਗੱਲ ਕੀਤੀ ਗਈ ਹੈ। ਠੀਕ ਹੈ, ਤਾਂ ਉਸ ਚੀਜ਼ ਨੂੰ ਤੁਸੀਂ ਲੈ ਕੇ ਇਸ ਚੀਜ਼ ਨੂੰ ਸਮਝ ਸਕਦੇ ਹੈਗੇ ਆ। ਅੱਗੇ ਜੀ ਪ੍ਰਸ਼ਨ ਨੰਬਰ 47, ਪੰਜਾਬੀ ਭਾਸ਼ਾ ਵਿਗਿਆਨ ਪੁਸਤਕ ਹੈ। ਪੰਜਾਬੀ ਭਾਸ਼ਾ ਵਿਗਿਆਨ ਪੁਸਤਕ ਹੈ। ਵੇਦ ਅਗਨੀਹੋਤਰੀ, ਦੁਨੀ ਚੰਦ, ਪ੍ਰੇਮ ਪ੍ਰਕਾਸ਼, ਸੁਖਵਿੰਦਰ ਸਿੰਘ, ਸੁਖਵਿੰਦਰ ਸੰਘਾ। ਪੰਜਾਬੀ ਭਾਸ਼ਾ ਵਿਗਿਆਨ ਜਿਹੜੀ ਪੁਸਤਕ ਹੈਗੀ ਆ ਸੁਖਵਿੰਦਰ ਸੰਘਾ ਜੀ ਦੀ। 48, ਪੁੱਛਣ ਲੱਗਿਆਂ ਉਹ ਡਰ ਜਾਂਦਾ ਹੈ। ਵਾਕ ਵਿੱਚ ਪੁੱਛਣ ਲੱਗਿਆਂ ਸ਼ਬਦ ਹਨ। ਪੁੱਛਣ ਲੱਗਿਆਂ ਡਰ ਜਾਂਦਾ ਹੈ ਵਿੱਚ ਪੁੱਛਣ ਲੱਗਿਆਂ ਸ਼ਬਦ ਹਨ। ਅੰਦਰੂਨੀ, ਕਾਲਕੀ, ਕਿਰਦੰਤ ਜਾਂ ਸੰਚਾਲਕ। ਪੁੱਛਣ ਲੱਗਿਆਂ, ਇਹਦਾ ਜਿਹੜਾ ਸਹੀ ਉੱਤਰ ਹੈਗਾ ਜੀ ਉਹ ਹੈਗਾ ਵਾ ਸੰਚਾਲਕ। ਵੈਸੇ ਇਹਦਾ ਸਹੀ ਉੱਤਰ ਜਿਹੜਾ ਮਤਲਬ ਕਿਤਾਬ ਦੇ ਵਿੱਚ ਸੀਗਾ ਉਹ ਕਿਰਦੰਤ, ਮੈਨੂੰ ਲੱਗਿਆ ਸ਼ਾਇਦ ਗਲਤ ਦਿੱਤਾ ਹੋਇਆ ਵਾ, ਇਹ ਮੈਂ ਕਨਫਿਊਜ਼ ਹਾਂ। ਠੀਕ ਆ ਜੀ, ਮੈਨੂੰ ਕਿਰਦੰਤ ਨਹੀਂ, ਇਹਦਾ ਸਹੀ ਉੱਤਰ ਵੈਸੇ ਸੰਚਾਲਕ ਆਊਗਾ। ਪੁੱਛਣ ਲੱਗਿਆ ਹਜੇ ਚੱਲਦਾ ਪਿਆ ਹੈ ਨਾ, ਸੰਚਾਲਕ ਸ਼ਬਦ ਨੇ ਇਹ, ਮਤਲਬ ਹਜੇ ਚੱਲਦੇ ਪਏ ਨੇ ਹੈ ਨਾ। ਇਹਦਾ ਸਹੀ ਉੱਤਰ ਜਿਹੜਾ ਵਾ ਸੱਸਾ ਵਾ, ਅਤੇ ਕਿਤਾਬ ਦੇ ਵਿੱਚ ਉਹਦਾ ਆਨਸਰ ਕਿਰਦੰਤ ਦਿੱਤਾ ਹੋਇਆ ਸੀਗਾ। ਜੇਕਰ ਕਿਸੇ ਨੂੰ ਤੁਹਾਨੂੰ ਲੱਗਦਾ ਹੋਇਆ ਇਹ ਪ੍ਰਸ਼ਨ ਹੈ ਨਾ, ਤਾਂ ਇਹ ਤੁਸੀਂ ਮੈਨੂੰ ਮਤਲਬ ਕਿ ਦੱਸ ਸਕਦੇ ਹੈਗੇ ਆ, ਮਤਲਬ ਕਿ ਮੈਨੂੰ ਇਸ ਪ੍ਰਸ਼ਨ 'ਤੇ ਤੁਸੀਂ ਕੀ ਡਿਸਕਸ਼ਨ ਜਿਹੜੀ ਆ ਥੋੜ੍ਹੀ ਜਿਹੀ ਮਤਲਬ ਮੈਨੂੰ ਕਲੀਅਰ ਕਰ ਦਿਓ। ਠੀਕ ਹੈ, ਇਹਦਾ ਮੇਰੇ ਮੁਤਾਬਕ ਇਹਦਾ ਸਹੀ ਆਨਸਰ ਜਿਹੜਾ ਸੰਚਾਲਕ ਦਿੱਤਾ ਹੋਇਆ, ਇਹ ਸੰਚਾਲਕ ਸ਼ਬਦ ਹੈਗੇ ਨੇ, ਨਾ ਕਿ ਕਿਰਦੰਤ। ਅੱਗੇ ਜੀ ਪ੍ਰਸ਼ਨ ਨੰਬਰ 49, ਤਵੀਜ਼ ਪਾਉਣਾ ਵਿਸ਼ਵਾਸ, ਅਪਸ਼ਗਨ, ਸੰਸਕਾਰ, ਅਨੁਸ਼ਠਾਨ। ਤਵੀਜ਼ ਕਿਉਂ ਪਾਇਆ ਜਾਂਦਾ? ਸਾਡੇ ਪੰਜਾਬੀ ਸੱਭਿਆਚਾਰ 'ਚ ਵੀ ਪਾਉਂਦੇ ਆ, ਉਹਦਾ ਕਾਰਨ ਕੀ ਹੁੰਦਾ ਵਾ? ਵਿਸ਼ਵਾਸ। ਅੱਗੇ ਜੀ ਪ੍ਰਸ਼ਨ ਨੰਬਰ 50 ਅਤੇ ਆਖਰੀ, ਖੁਸਰੇ ਧੱਕੇ ਨਾਲ ਸ਼ਗਨ ਲੈਂਦੇ ਹਨ, ਕਹਾਉਂਦਾ ਹੈ। ਜਦੋਂ ਖੁਸਰੇ ਧੱਕੇ ਨਾਲ ਕੇ ਸ਼ਗਨ ਲੈਂਦੇ ਆ ਹਨ ਜਨਮ ਸਮੇਂ ਜਾਂ ਖੁਸ਼ੀ ਦੇ ਮੌਕਿਆਂ 'ਤੇ, ਉਹਨੂੰ ਕੀ ਕਹਿੰਦੇ ਆ? ਮੁਕਸਕ, ਸਹਿ ਸ਼ਗਨ, ਅੜੋਦਾਨ ਜਾਂ ਅੜੋਤਨ। ਜਿਨ੍ਹਾਂ ਨੇ ਪੜ੍ਹਿਆ ਹੋਇਆ, ਮੇਰੀ ਪਹਿਲੀ ਵੀਡੀਓ ਦੇ ਵਿੱਚ ਹੀ ਸੀਗਾ ਜੀ ਇਹ ਪ੍ਰਸ਼ਨ ਮੈਂ ਪਾਇਆ ਹੋਇਆ ਸੀਗਾ। ਖੁਸਰੇ ਧੱਕੇ ਨਾਲ ਦਾਨ, ਉਹਨਾਂ ਨੂੰ ਕਹਿੰਦੇ ਹਨ ਅੜੋਦਾਨ। ਅੜ ਕੇ ਸ਼ਗਨ ਲੈਣਾ ਅੜੋਦਾਨ, ਅੜ ਕੇ ਦਾਨ ਲੈਣਾ। ਠੀਕ ਹੈ, ਉਹਦੇ ਲਈ ਸ਼ਬਦ ਵਰਤਿਆ ਜਾਂਦਾ ਵਾ ਅੜੋਦਾਨ। ਠੀਕ ਆ ਜੀ, ਧੰਨਵਾਦ ਜੀ ਸਾਰਿਆਂ ਦਾ। ਪਹਿਲੀ ਵਾਰੀ ਟੈਸਟ ਕਰਵਾਇਆ ਜੀ, ਉਮੀਦ ਆ ਸਾਰਿਆਂ ਨੂੰ ਪਸੰਦ ਆਇਆ ਹੋਊਗਾ। ਠੀਕ ਆ ਜੀ, ਜੇ ਇੱਕ ਅੱਧਾ ਕੁਐਸਚਨ ਗਲਤ ਕਰਵਾਇਆ ਹੋਊਗਾ ਤਾਂ ਜੀ ਮੈਂ ਮਾफ़ੀ ਚਾਹੁੰਦਾ ਵਾਂ, ਅਤੇ ਅੰਕ ਆਪਦੇ ਜਿਹੜੇ ਆ ਜ਼ਰੂਰ ਦੱਸਿਓ। ਠੀਕ ਆ ਜੀ, ਮੈਨੂੰ ਆਪਣੇ ਉਮੀਦ ਆ ਤੁਹਾਨੂੰ ਪੇਪਰ ਦਾ ਲੈਵਲ ਵੀ ਠੀਕ ਲੱਗਿਆ ਹੋਊਗਾ। ਤਾਂ ਗਾਂਹ ਵਾਲਾ ਪੇਪਰ ਜਿਹੜਾ ਟੈਸਟ ਆਪਾਂ ਜਲਦੀ ਬਣਾਵਾਂਗੇ। ਠੀਕ ਆ ਜੀ, ਧੰਨਵਾਦ ਜੀ।